प्यारे विद्यार्थियों, मैं संदीप शर्मा ਲੈਕਚਰਰ ਕਾਮਰਸ ਅੱਜ ਤੁਹਾਡੇ ਲਈ ਇੱਕ ਬੜਾ ਇੰਟਰਸਟਿੰਗ ਟੌਪਿਕ ਲੈ ਕੇ ਆਇਆ ਹਾਂ ਜਿਹਦਾ ਨਾਮ ਹੈ ਬਿਜ਼ਨਸ ਟ੍ਰੇਡ ਐਂਡ ਕਾਮਰਸ। ਤੁਸੀਂ ਸਾਰਿਆਂ ਨੇ 11th ਸਟੈਂਡਰਡ ਦੇ ਵਿੱਚ +1 ਦੇ ਵਿੱਚ ਆਏ ਹੋ ਔਰ ਕਾਮਰਸ ਸਟਰੀਮ ਤੁਸੀਂ ਆਪਟ ਕੀਤੀ ਹੈ ਔਰ ਉਹਦੇ ਵਿੱਚ ਅਸੀਂ ਬਿਜ਼ਨਸ ਸਟੱਡੀਜ਼ ਜਿਹੜਾ ਕਿ ਵਨ ਆਫ ਦਾ ਮੇਜਰ ਸਬਜੈਕਟਸ ਹੈ ਔਰ ਅੱਜ ਜਿਹੜਾ ਮੈਂ ਟੌਪਿਕ ਹੈ ਉਹਦੇ ਵਿੱਚ ਜਿਹੜੀ ਉਹਦੀਆਂ ਬੇਸਿਕ ਟਰਮੀਨੋਲੋਜੀਜ਼ ਨੇ ਬਿਜ਼ਨਸ ਟ੍ਰੇਡ ਪ੍ਰੋਫਿਟ ਬੁਕਿੰਗ ਕਾਮਰਸ ਕੀ ਹੈ ਔਰ ਇਹਦੇ ਬਾਰੇ ਆਪਾਂ ਜੇ ਅੱਜ ਹੀ ਤੁਹਾਨੂੰ ਕਨਸੈਪਟਸ ਕਲੀਅਰ ਹੋ ਜਾਂਦੇ ਨੇ ਤੇ ਭਵਿੱਖ ਦੇ ਵਿੱਚ ਤੁਹਾਨੂੰ ਇਹ ਚੀਜ਼ਾਂ ਜਿਹੜੀਆਂ ਨੇ ਬਹੁਤ ਫਾਇਦੇਮੰਦ ਹੋਣ ਵਾਲੀਆਂ ਨੇ ਕਿਉਂਕਿ ਸਾਰੀ ਦੀ ਸਾਰੀ ਬਿਜ਼ਨਸ ਸਟੱਡੀਜ਼ 11 ਦੀ 12 ਦੀ ਤੁਸੀਂ ਫਿਊਚਰ 'ਚ ਵੀ ਅੱਗੇ ਕੁਝ ਵੀ ਪੜ੍ਹਦੇ ਹੋ BBA ਕਰਦੇ ਹੋ ਜਾਂ MBA ਕਰਦੇ ਹੋ ਜਾਂ ਇਸੇ ਫੀਲਡ 'ਚ ਅੱਗੇ ਵਧਦੇ ਹੋ ਤੇ ਡੈਫੀਨਿਟਲੀ ਥੀਸ ਬੇਸਿਕ ਕਨਸੈਪਟਸ ਐਂਡ ਟਰਮੀਨੋਲੋਜੀਜ਼ ਵਿਲ ਡੈਫੀਨਿਟਲੀ ਹੈਲਪ ਯੂ ਲੋਟ। ਸੋ ਇਹਦੇ ਵਿੱਚ ਆਪਾਂ ਸਟਾਰਟ ਕਰਾਂਗੇ ਕਿ what business is considered as business ਹੈ ਕੀ ਹੈ। business is first of all it is considered as economic activity। ਇਹ ਇੱਕ economic activity ਹੈ and it is meant for profit booking। ਇੱਕ profit ਨੂੰ earn ਕਰਨ ਲਈ ਇੱਕ basically business ਇਹ ਕੀਤਾ ਜਾਂਦਾ। ਕਿਵੇਂ ਕੀਤਾ ਜਾਂਦਾ? It engages in the creation and trading of goods and services। ਉਹ goods ਵੀ ਹੋ ਸਕਦੇ ਹੈ, exchange of goods ਔਰ services ਵੀ ਹੋ ਸਕਦੀਆਂ। It involves activities from the manufacturing to the providing services to meet diverse needs। ਤਰ੍ਹਾਂ ਦੀਆਂ ਜਿਹੜੀਆਂ ਕੰਜ਼ਿਊਮਰਸ ਦੀਆਂ ਅੱਗੋਂ ਨੀਡਸ ਨੇ, ਰਿਕੁਆਇਰਮੈਂਟਸ ਨੇ, ਡਿਮਾਂਡਸ ਨੇ, ਉਹਨਾਂ ਨੂੰ ਫੁਲਫਿਲ ਕਰਨ ਲਈ ਡਿਫਰੈਂਟ ਟਾਈਪਸ ਆਫ ਜਿਹੜੇ ਨੇ ਪ੍ਰੋਡਕਸ਼ਨਸ ਦੇ ਆਰ ਮੇਡ ਔਰ ਉਹਨਾਂ ਨੂੰ ਅੱਗੇ ਮੈਨੂਫੈਕਚਰਿੰਗ ਯੂਨਿਟਸ ਤੋਂ ਅੱਗੇ ਉਹ ਸਰਵਿਸਿਜ਼ ਜਿਹੜੀਆਂ ਨੇ ਉਹ ਪ੍ਰੋਵਾਈਡ ਕਰਨੀਆਂ, ਪ੍ਰੋਡਕਟਸ ਵੀ ਜਾਂ ਸਰਵਿਸਿਜ਼ ਅੱਗੇ ਕੰਜ਼ਿਊਮਰਸ ਤੱਕ ਪ੍ਰੋਵਾਈਡ ਕਰਨੀਆਂ। ਇਹ ਸਾਰੀਆਂ ਹੀ ਬਿਜ਼ਨਸ ਐਕਟੀਵਿਟੀਜ਼ ਦਾ ਬੇਸਿਕਲੀ ਕੀ ਨੇ, ਇਹ ਸਾਰਾ ਉਹਦਾ ਹਿੱਸਾ ਹੈ। ਸੋ ਇਹਦੇ ਵਿੱਚ ਜਾਂਦੇ ਹੋਏ ਬੇਸਿਕਲੀ ਇਟ ਇਜ਼ ਮੈਂਟ ਫॉर ਪ੍ਰੋਫਿਟ ਬੁਕਿੰਗ। ਇਹਦਾ ਫੰਡਾਮੈਂਟਲ ਜਿਹੜਾ ਮੋਟਿਵ ਹੈ ਬਿਜ਼ਨਸ ਦਾ, ਇਟ ਇਜ਼ ਪ੍ਰੋਫਿਟ ਬੁਕਿੰਗ। ਪੈਸਾ ਦੇਖੋ, ਪੈਸੇ ਦੇ ਨਾਲ ਹੀ ਜਿਹੜਾ ਹੈ ਉਹ ਬਿਜ਼ਨਸ ਸਟਾਰਟ ਹੁੰਦਾ ਹੈ, ਬਿਜ਼ਨਸ ਮੇਨਟੇਨ ਹੁੰਦਾ ਹੈ, ਕੰਟੀਨਿਊ ਹੁੰਦਾ ਹੈ ਔਰ ਮੈਂ ਇੱਕ ਹੋਰ ਚੀਜ਼ ਐਡ ਕਰਾਂਗਾ, ਬਿਜ਼ਨਸ ਦੀ ਜਿਹੜੀ ਗਰੋਥ ਹੈ ਉਹ ਵੀ ਕਿਹਦੇ ਨਾਲ ਹੁੰਦੀ ਹੈ? ਪੈਸੇ ਨਾਲ ਹੁੰਦੀ ਹੈ। ਸੋ ਦਾ ਫੰਡਾਮੈਂਟਲ ਮੋਟਿਵ ਇਜ਼ ਟੂ ਜਨਰੇਟ ਪ੍ਰੋਫਿਟ। ਇਹ ਸਭ ਤੋਂ ਪਹਿਲਾ ਇਹਦਾ ਜਿਹੜਾ ਇਹਦਾ ਮੋਟਿਵ ਹੈ। It is the financial gain resulting from business operations. Profit services serves as a vital incentive for business to operate efficiently and innovatively। जिस business ਦੇ ਵਿੱਚ ਪੈਸਾ ਆਏਗਾ, ਪੈਸਾ ਹੋਏਗਾ, ਉਹੀ ਜਿਹੜਾ ਬਿਜ਼ਨਸ ਹੈ ਫਲਰਿਸ਼ ਕਰੇਗਾ, ਉਹ ਗਰੋਥ ਹੋਏਗੀ। ਮੰਨ ਲਓ ਪੈਸਾ ਨਹੀਂ ਆਏਗਾ, ਪੈਸਾ ਨਹੀਂ, ਤੁਸੀਂ ਪ੍ਰੋਫਿਟ ਨਹੀਂ ਹੋ ਰਿਹਾ ਤੇ ਡੈਫੀਨਿਟਲੀ ਉਹ ਅਲਟੀਮੇਟਲੀ ਜਿਹੜਾ ਉਹ ਬਿਜ਼ਨਸ ਹੈ ਜਾਂ ਉਹ ਚੀਜ਼ ਉਹ ਲੈਪਸ ਕਰ ਜਾਏਗੀ, ਉਹ ਖਤਮ ਹੋ ਜਾਏਗਾ ਸਾਰਾ। ਸੋ ਕਿਵੇਂ ਹੈਲਪ ਕਰਦਾ? ਇਟ ਹੈਲਪਸ ਇਨ ਦਾ ਕੰਟਰੀਬਿਊਸ਼ਨ ਟੂ ਦਾ ਇਕਨੋਮਿਕ ਵੈਲਬੀਇੰਗ। Economic well-being कहती business plays a very pivotal and crucial role in the economic prosperity of individuals as well as the nation। ਸਿਰਫ ਤੇ ਸਿਰਫ ਇੰਡੀਵਿਜੂਅਲਸ ਨਹੀਂ, ਪੂਰੇ ਦੇਸ਼ ਦੀ, ਦੇਖੋ ਪੂਰੇ ਦੇਸ਼ ਦੀ ਜਿਹੜੀ GDP ਹੈ ਉਹ ਜਿਹੜੀ ਹੈ ਉਹ ਬਿਜ਼ਨਸ ਤੇ ਬਹੁਤ ਹੱਦ ਤੱਕ ਡਿਪੈਂਡੈਂਟ ਹੁੰਦੀ ਹੈ। ਸੋ ਓਵਰਆਲ ਜਿਹੜਾ ਬਿਜ਼ਨਸ ਜਿਹੜਾ ਹੈ ਉਹ ਇੱਕ ਇਮੇਜ ਹੈ ਇੱਕ ਨੇਸ਼ਨ ਦੀ ਪ੍ਰੋਸਪੈਰਿਟੀ ਦੀ। ਦੇ ਕੋਈ ਦੇਸ਼ ਜਿਹੜਾ ਹੈ ਉਹ ਕਿੰਨੀ ਕੁ ਤਰੱਕੀ ਕਰ ਰਿਹਾ ਹੈ ਉਹ ਡਿਪੈਂਡ ਕਰਦਾ ਹੈ ਕਿ ਉੱਥੇ ਜਿਹੜਾ ਬਿਜ਼ਨਸ ਹੈ ਉਹ ਕਿੰਨਾ ਕੁ ਫਲਰਿਸ਼ ਕੀਤਾ, ਬਿਜ਼ਨਸ ਕੰਡੀਸ਼ਨਸ ਕੀ ਨੇ ਔਰ ਬਿਜ਼ਨਸ ਜਿਹੜਾ ਹੈ ਉਹਦਾ ਉਸ ਦੇਸ਼ ਦੇ ਵਿੱਚ, ਉਸ ਕੰਟਰੀ ਦੇ ਵਿੱਚ ਕੀ ਲੈਵਲ ਹੈ। ਇਟ ਜਨਰੇਟਸ ਏਮਪਲੋਇਮੈਂਟ। ਨਾਲ ਦੇ ਨਾਲ ਬਿਜ਼ਨਸ ਦੇਖੋ, ਮੰਨ ਲਓ ਕਿ ਇੰਡਸਟਰੀ ਲੱਗੀ ਹੈ, ਹੋ ਸਕਦਾ ਉੱਥੇ 1000 ਜਾਂ 2000 ਬੰਦਾ ਕੰਮ ਕਰ ਰਿਹਾ, ਵਰਕਰਸ ਕੰਮ ਕਰ ਰਿਹਾ। ਇਹਨੂੰ ਫਾਇਦਾ ਹੋਇਆ ਆਮ ਜਨਤਾ ਨੂੰ, ਆਮ ਲੋਕਾਂ ਨੂੰ। ਔਰ ਹਰ ਗਵਰਨਮੈਂਟ ਦਾ, ਹਰ ਸਰਕਾਰ ਦਾ ਇਹੋ ਮੋਟਿਵ ਹੁੰਦਾ ਕਿ ਡਿਫਰੈਂਟ ਏਮਪਲੋਇਮੈਂਟ ਓਪਰਚੁਨਿਟੀਜ਼ ਜਿਹੜੀਆਂ ਨੇ ਲੋਕਾਂ ਨੂੰ ਪ੍ਰੋਵਾਈਡ ਕਰਨੀਆਂ ਤਾਂ ਕਿ ਉਹਨਾਂ ਦੀ ਇਨਕਮ ਸੋਰਸ ਬਣਨ ਔਰ ਡੈਫੀਨਿਟਲੀ ਉਹਨਾਂ ਜਿਹੜੀ ਸਾਡੀ ਦੇਸ਼ ਦੀ ਹੈ ਇਕਨੋਮਿਕ ਗਰੋਥ ਹੈ ਉਹਦੇ ਨਾਲ ਜਿਹੜੀ ਹੈ ਉਹ ਇੰਪਰੂਵ ਹੁੰਦੀ ਹੈ, ਵੱਧਦੀ ਹੈ। ਅੱਗੇ ਆਉਂਦੇ ਹੋਏ ਇਹਦੇ ਫਾਇਦੇ ਕੀ ਨੇ? ਜੌਬ ਕ੍ਰੀਏਸ਼ਨ ਮੈਂ ਦੱਸ ਚੁੱਕਾ। ਬਿਜ਼ਨਸ ਕੋਈ ਲਗਾਓਗੇ, ਕੋਈ 200, 400, 500 ਵੀ 1000 ਬੰਦੇ ਨੂੰ ਕਿਤੇ ਨਾ ਕਿਤੇ ਜਿਹੜੀ ਹੈ ਉਹ ਜੌਬ ਮਿਲੇਗੀ। ਵੈਲਥ ਜਨਰੇਸ਼ਨ, ਪੈਸਾ, ਪ੍ਰੋਫਿਟ ਬੁਕਿੰਗ, ਪ੍ਰੋਫਿਟ ਅਰਨਿੰਗ ਹੋਏਗੀ। ਉਹ ਪੈਸਾ ਕਿੱਥੇ ਲੱਗੇਗਾ? ਉਹ ਪੈਸਾ ਬਿਜ਼ਨਸ ਦੇ ਵਿੱਚ ਹੀ ਲੱਗੇਗਾ। ਅੱਜ ਬਿਜ਼ਨਸ ਮੰਨ ਲਓ ਕਿਸੇ ਦਾ 100 ਕਰੋੜ ਦਾ ਕੰਪਨੀ ਹੈ, ਉਹ ਬਿਜ਼ਨਸ ਜਿਹੜਾ ਪ੍ਰੋਫਿਟ ਅਰਨਿੰਗ ਕਰ ਰਿਹਾ, ਪ੍ਰੋਫਿਟ ਬੁਕਿੰਗ ਹੋ ਰਹੀ ਹੈ ਔਰ ਉਹ ਜਿਹੜਾ ਪ੍ਰੋਫਿਟ ਹੈ ਉਹ ਓਵਰਆਲ ਉਸੇ ਹੀ 100 ਕਰੋੜ ਦੀ ਜਿਹੜੀ ਟਰਨਓਵਰ ਹੈ ਉਹ ਬਿਜ਼ਨਸ ਨੂੰ ਉਹ ਵਧਾ ਕੇ 500 ਕਰੋੜ ਤੇ ਲੈ ਕੇ ਜਾਏਗੀ ਔਰ ਉਹਨੂੰ ਇਨਕਰੀਜ਼ ਕਰੇਗੀ। ਵੈਲਥ ਜਨਰੇਸ਼ਨ ਦੇ ਬਹੁਤ ਵੱਡਾ ਇਹਦਾ ਰੋਲ ਆ। ਇਨੋਵੇਸ਼ਨ, ਡਿਫਰੈਂਟ ਟਾਈਪ ਆਫ ਸਾਇੰਟਿਫਿਕ ਡਿਵੈਲਪਮੈਂਟ
R&D रिसर्च एंड डेवलपमेंट ਜਿਹੜੀਆਂ ਨੇ ਤਰ੍ਹਾਂ ਤਰ੍ਹਾਂ ਦੀਆਂ ਇਨੋਵੇਸ਼ਨਸ ਨੇ ਨਵੀਆਂ ਟੈਕਨੋਲੋਜੀ ਵੀ ਦੇਖੋ ਕਿੰਨੀ ਜ਼ਿਆਦਾ ਐਡਵਾਂਸਮੈਂਟ ਆ ਰਹੀ ਹੈ ਅਗਰ ਅਸੀਂ ਝਾਤੀ ਮਾਰੀਏ ਪਿਛਲੇ 10 ਸਾਲ ਦੇ ਵਿੱਚ ਤੇ 10 ਸਾਲ ਦੇ ਵਿੱਚ ਇੰਨਾ ਕੁ ਜ਼ਿਆਦਾ ਗਰੋ ਕਰ ਗਈ ਹੈ ਟੈਕਨੋਲੋਜੀ ਕਿ ਅਸੀਂ ਦੇਖੋ ਕਿੱਥੋਂ ਤੱਕ ਆ ਗਏ ਹਾਂ ਔਰ ਇਹ ਕਿਵੇਂ ਪੋਸੀਬਲ ਹੈ ਵਿਦ ਦ ਹੈਲਪ ਆਫ ਰਿਸਰਚ ਐਂਡ ਡਿਵੈਲਪਮੈਂਟ ਇਹ ਕਿਹਦੇ ਵਿੱਚ ਪੋਸੀਬਲ ਹੈ ਬਿਜ਼ਨਸ ਦੀਆਂ ਰਿਕੁਆਇਰਮੈਂਟ ਉਹਦੀਆਂ ਨੀਡਸ ਜਿਹੜੀਆਂ ਨੇ ਸਾਨੂੰ ਜਿਹੜੀਆਂ ਨੇ ਉਹ ਡਿਫਰੈਂਟ ਇਨੋਵੇਸ਼ਨਸ ਸਾਇੰਟਿਫਿਕ ਡਿਸਕਵਰੀਜ਼ ਔਰ ਉਹਦੇ ਵੱਲ ਲੈ ਕੇ ਆਉਂਦੀਆਂ ਨੇ ਇਨਫਰਾਸਟ੍ਰਕਚਰ ਡਿਵੈਲਪ ਹੁੰਦਾ ਜਿਉਂ-ਜਿਉਂ ਬਿਜ਼ਨਸ ਵਧੇਗਾ ਡੈਫੀਨੇਟਲੀ ਇਨਫਰਾਸਟ੍ਰਕਚਰ ਇਟ ਵਿਲ ਗਰੋ ਆਟੋਮੈਟਿਕਲੀ ਇਹਦਾ ਹੋਰ ਕੀ ਫਾਇਦਾ ਨਾਲ ਦੇ ਪ੍ਰੋਡਕਸ਼ਨ ਵਧਦੀ ਹੈ ਔਰ ਜੇ ਪ੍ਰੋਡਕਸ਼ਨ ਵਧੇਗੀ ਇਕਨੋਮਿਕਸ ਦਾ ਸਿਧਾਂਤ ਹੈ ਤੁਸੀਂ ਤੁਹਾਡੇ ਚੋਂ ਬੱਚੇ ਅਰਥਸ਼ਾਸਤਰ ਵੀ ਪੜ੍ਹਦੇ ਨੇ ਇਕਨੋਮਿਕਸ ਵੀ ਪੜ੍ਹਦੇ ਨੇ ਜੇ ਪ੍ਰੋਡਕਸ਼ਨ ਵਧ ਰਹੀ ਹੈ ਨਾਲ ਤੇ ਉਹ ਕਿਉਂ ਵਧ ਰਹੀ ਹੈ ਕਿਉਂਕਿ ਕਿਤੇ ਨਾ ਕਿਤੇ ਜਿਹੜੀ ਉਹਦੀ ਡਿਮਾਂਡ ਜਿਹੜੀ ਹੈ ਉਹ ਵੀ ਵਧ ਰਹੀ ਹੈ ਔਰ ਕੰਜ਼ੰਪਸ਼ਨ ਵਧ ਰਹੀ ਹੈ ਔਰ ਉਹਦੇ ਅਕੋਰਡਿੰਗਲੀ ਪ੍ਰੋਡਕਸ਼ਨ ਵੀ ਵਧ ਰਹੀ ਹੈ ਔਰ ਓਵਰਆਲ ਜਿਹੜਾ ਹੈ ਕੰਜ਼ੰਪਸ਼ਨ ਵਧਣ ਨਾਲ ਕੀ ਹੋਏਗਾ ਪ੍ਰੋਡਕਸ਼ਨ ਵੀ ਵਧੇਗੀ ਔਰ ਜਿਹੜੀ ਹੈ ਓਵਰਆਲ ਜਿਹੜਾ ਹੈ ਉਹ ਬਿਜ਼ਨਸ ਜਿਹੜਾ ਹੈ ਉਹ ਫਲਰਿਸ਼ ਕਰੇਗਾ ਉਹ ਗਰੋ ਕਰੇਗਾ ਵਧੇਗਾ different types of economic activities ਕਿਹੜੀਆਂ ਹੋ ਸਕਦੀਆਂ ਨੇ economic activities ਦੇਖੋ business ਜਿਹੜਾ ਆਪਾਂ ਡਿਸਕਸ ਕਰ ਰਹੇ ਹਾਂ ਉਹ ਹੋ ਸਕਦੀ ਹੈ profession ਡਾਕਟਰ ਇੰਜੀਨੀਅਰ ਟੀਚਰ different types of professions ਆ ਦੇ ਉਹ ਵੀ ਹੋ ਸਕਦੀਆਂ ਜਾਂ employment ਰੁਜ਼ਗਾਰ ਇਹ ਡਿਫਰੈਂਟ ਦੀਆਂ ਕੈਟਾਗਰੀਜ਼ ਨੇ ਪਰ ਅਸੀਂ ਜਿਹੜਾ ਫੋਕਸ ਕਰਨਾ ਹੈ ਬੇਸਿਕਲੀ ਸਾਡਾ ਮੇਨ ਮੋਟਿਵ ਕੀ ਹੈ ਉਹ ਬਿਜ਼ਨਸ ਤੇ ਬਿਜ਼ਨਸ ਵਰਡ ਬਣਿਆ ਕਿੱਥੋਂ ਜੇ ਆਪਾਂ ਦੀ ਡੈਫੀਨੇਸ਼ਨ ਨਾਲ ਜਾਈਏ ਤੇ ਬੇਸਿਕਲੀ ਬਿਜ਼ਨਸ the word is derived from busy means involving regular activities and I told you earlier that what is the motive the primary motive is to earn profit earning ਜਿਹੜੀ ਹੈ profit booking ਜਿਹੜਾ ਹੈ basically that is the main motive of any business activity let's we focus on purchase production and sale ਪ੍ਰੋਡਕਸ਼ਨ ਤੋਂ ਬਾਅਦ ਉਹ ਚੀਜ਼ ਨੂੰ ਕੋਈ ਮੰਨ ਲਓ ਮਟੀਰੀਅਲ ਤਿਆਰ ਕਰ ਰਿਹਾ ਕੁਝ ਵੀ ਰॉ ਮਟੀਰੀਅਲ ਤੋਂ ਅਸੀਂ ਫਰਨਿਸ਼ਡ ਗੁੱਡਸ ਤਿਆਰ ਕਰਨੀਆਂ ਉਹਨਾਂ ਨੂੰ ਸੇਲ ਵੀ ਕਰਨਾ ਹੈ ਕੰਜ਼ਿਊਮਰ ਤੱਕ ਪਹੁੰਚਾਉਣਾ ਵੀ ਹੈ ਆਈ ਤੇ ਹੋਏਗੀ ਪ੍ਰੋਫਿਟ ਬੁਕਿੰਗ ਕਿਉਂਕਿ ਜਦ ਤੱਕ ਇਹ ਸਾਰਾ ਸਾਈਕਲ ਕੰਪਲੀਟ ਨਹੀਂ ਹੋਏਗਾ ਬਿਜ਼ਨਸ ਐਕਟੀਵਿਟੀ ਦਾ ਸਾਈਕਲ ਪੂਰਾ ਕੰਪਲੀਟ ਹੋਏਗਾ ਉਹਦੇ ਬਾਅਦ ਉਹਦੇ ਲਾਸਟ ਦੇ ਵਿੱਚ ਹੀ ਤੁਹਾਨੂੰ ਜਿਹੜਾ ਹੈ ਉਹ ਅਰਨਿੰਗ ਆਣਗੀਆਂ ਪ੍ਰੋਫਿਟ ਬੁਕਿੰਗ ਹੋਏਗੀ ਜੇ ਆਪਾਂ ਇਹਨੂੰ ਕਲਾਸੀਫਾਈ ਕਰੀਏ ਇਹਦੇ ਵਿੱਚ ਇੰਡਸਟਰੀ ਵਰਡ ਆਪਾਂ ਬਾਰ-ਬਾਰ ਪੜਾਂਗੇ ਇੰਡਸਟਰੀ ਦਾ ਮਤਲਬ ਕੀ ਹੈ basically industry involves the production or extraction of goods ਕੋਈ ਵੀ ਇੰਡਸਟਰੀ ਜਿਹੜੀ ਹੈ ਉਹਦਾ ਕੰਮ ਕੀ ਹੁੰਦਾ ਹੈ ਕਿ ਉਹਨੇ ਪ੍ਰੋਡਕਸ਼ਨ ਕਰਨੀ ਹੈ ਗੁੱਡਸ ਦੀ ਬੇਸਿਕਲੀ ਉਹ ਕੀ ਹੋ ਸਕਦੀਆਂ ਮੈਨੂਫੈਕਚਰਿੰਗ ਯੂਨਿਟਸ ਹੋ ਸਕਦੇ ਨੇ ਮਾਈਨਿੰਗ ਯੂਨਿਟਸ ਹੋ ਸਕਦੇ ਨੇ ਐਗਰੀਕਲਚਰ ਖੇਤੀਬਾੜੀ ਨਾਲ ਸੰਬੰਧਿਤ ਕੋਈ ਵੀ ਹੋ ਸਕਦੇ ਨੇ ਇੰਡਸਟਰੀਅਲ ਯੂਨਿਟਸ ਜਾਂ ਤੁਹਾਡੇ ਕੰਸਟਰਕਸ਼ਨ ਦੇ ਵਿੱਚ ਸੋ ਡਿਫਰੈਂਟ ਟਾਈਪਸ ਆਫ ਇੰਡਸਟਰੀਜ਼ ਆਰ ਦੇਅਰ Industries, what they do basically, they transform raw material into furnished goods. Raw material ਨੂੰ furnished ਜਾਂ finished goods ਜਿਹੜੀਆਂ finalized ਜਿਹੜੀ ਆਪਾਂ products ਆਪਾਂ ਤਿਆਰ ਕਰਨੀ ਹੈ ਜਿਹੜੀ ਕਸਟਮਰ ਤੱਕ ਅੱਗੇ ਜਾਣੀ ਹੈ ਉਹਨੂੰ ਉਹਨੂੰ ਕਨਵਰਟ ਕਰਦੇ ਨੇ ਉਹਨੂੰ ਟਰਾਂਸਫਾਰਮ ਕਰਦੇ ਨੇ ਚੇਂਜ ਕਰਦੇ ਨੇ ਇੱਕ ਹੋਰ ਇਹਦੇ ਵਿੱਚ ਟਰਮ ਆਏਗੀ ਆ ਰਹੀ ਹੈ ਕਾਮਰਸ ਬੇਸਿਕਲੀ ਕਾਮਰਸ ਇਜ਼ ਐਕਸਚੇਂਜ ਆਫ ਗੁੱਡਸ ਐਂਡ ਸਰਵਿਸਿਜ਼ and it includes trade retail wholesale e-commerce ਵਪਾਰ e-commerce ਦੀ ਲੇਟੈਸਟ ਟਾਈਪ ਹੈ ਤੁਸੀਂ ਸਾਰਿਆਂ ਨੇ ਆਪਣਾ Amazon Flipkart ਬਾਰੇ ਸੁਣਿਆ ਹੋਵੇਗਾ ਕੀ ਕਰਦੇ ਹੋ Amazon Flipkart they are basically their platforms they are selling the things selling different products ਕਿਵੇਂ ਆਨਲਾਈਨ ਇੰਟਰਨੈਟ ਦੀ ਹੈਲਪ ਦੇ ਨਾਲ ਦੇਖੋ ਕਿੰਨਾ ਅਸੀਂ ਕਿੱਥੇ ਆਪਾਂ ਟੈਕਨੋਲੋਜੀ ਕਿੰਨੀ ਐਡਵਾਂਸ ਹੋ ਗਈ ਹੈ ਤੁਸੀਂ ਘਰ ਬੈਠੇ ਕੋਈ ਵੀ ਚੀਜ਼ ਆਰਡਰ ਕਰੋ ਔਰ ਤੁਹਾਨੂੰ ਟਾਈਮਲੀ ਉਹ ਚੀਜ਼ ਜਿਹੜੀ ਹੈ ਤੁਹਾਡੀ ਚੋਇਸ ਤੁਹਾਡੀ ਟੇਸਟ ਦੇ ਮੁਤਾਬਕ ਤੁਹਾਡੀ ਕਨਵੀਨੀਅੰਸ ਦੇ ਮੁਤਾਬਕ ਤੁਹਾਨੂੰ ਜਿਹੜੀ ਚੀਜ਼ ਉਹ ਡਿਲੀਵਰ ਹੋ ਜਾਂਦੀ ਹੈ ਦਿਸ ਇਜ਼ ਈ-ਕਾਮਰਸ Amazon Flipkart ਹੋਰ ਵੀ ਬਹੁਤ ਸਾਰੇ ਇਹਦੇ ਪਲੇਟਫਾਰਮਸ ਚੈਨਲਸ ਨੇ ਜਿਹੜੇ ਕਿ ਇਹ ਕਰਦੇ ਨੇ ਕਾਮਰਸ ਕੀ ਕਰਦਾ ਬੇਸਿਕਲੀ ਕਾਮਰਸ ਫੋਕਸਸ ਔਨ ਦਾ ਡਿਸਟ੍ਰੀਬਿਊਸ਼ਨ ਐਂਡ ਫੈਸਿਲਿਟੇਸ਼ਨ ਆਫ ਗੁੱਡਸ ਐਂਡ ਸਰਵਿਸਿਜ਼ ਕਾਮਰਸ ਇੱਕ ਮਾਧਿਅਮ ਹੈ ਜਿਹਦੇ ਰਾਹੀਂ ਡਿਫਰੈਂਟ ਟਾਈਪਸ ਦੀਆਂ ਜਿਹੜੀਆਂ ਚੀਜ਼ਾਂ ਨੇ ਸਾਰੀਆਂ ਔਰ ਉਹ ਜਿਹੜੀਆਂ ਉਹ ਫੈਸਿਲਿਟੇਟ ਕਰਦਾ ਹੈ ਹੈਲਪ ਕਰਦਾ ਹੈ ਗੁੱਡਸ ਐਂਡ ਸਰਵਿਸਿਜ਼ ਨੂੰ ਅੱਗੇ ਪਹੁੰਚਾਉਣ ਲਈ ਡਿਸਟ੍ਰੀਬਿਊਸ਼ਨ ਦੇ ਵਿੱਚ ਅੱਗੇ ਚਲੀ ਆਪਾਂ ਇਹਦੇ ਵਿੱਚ ਡਿਫਰੈਂਟ ਟਾਈਪਸ ਆਫ ਇੰਡਸਟਰੀਜ਼ ਹੋ ਸਕਦੀਆਂ ਨੇ ਉਹ ਕਿਹੜੀਆਂ ਨੇ ਇਹਦੇ ਵਿੱਚ ਸਭ ਤੋਂ ਪਹਿਲਾਂ ਹੁੰਦੀਆਂ ਨੇ ਪ੍ਰਾਇਮਰੀ ਇੰਡਸਟਰੀ ਕੀ ਕਰਦੀਆਂ ਨੇ ਬੇਸਿਕਲੀ ਦੇ ਆਰ ਐਗਰੀਕਲਚਰ ਐਂਡ ਮਾਈਨਿੰਗ ਦੇ ਆਰ ਕੰਸੀਡਰਡ ਐਜ਼ ਪ੍ਰਾਇਮਰੀ ਇੰਡਸਟਰੀਜ਼
ਸੈਕੰਡਰੀ ਇੰਡਸਟਰੀਜ਼ ਹੁੰਦੀਆਂ ਨੇ ਜਿਹੜੀਆਂ ਕਿ ਮੈਨੂਫੈਕਚਰਿੰਗ ਯੂਨਿਟਸ ਨੇ ਬੇਸਿਕਲੀ ਦੇ ਮੇ ਬੀ ਫੈਕਟਰੀਜ਼ ਹੋ ਸਕਦੀਆਂ ਨੇ ਦੇ ਮੇ ਬੀ ਮੈਂਟ ਫॉर ਕੰਸਟਰਕਸ਼ਨ ਪਰਪਸਸ ਸੋ ਇਹ ਦੋ ਤਰੀਕੇ ਨਾਲ ਜਿਹੜੀਆਂ ਨੂੰ ਡਿਫਾਈਨ ਕੀਤਾ ਜਾਂਦਾ ਅੱਗੋਂ ਪ੍ਰਾਇਮਰੀ ਇੰਡਸਟਰੀ ਐਂਡ ਸੈਕੰਡਰੀ ਇੰਡਸਟਰੀ ਆਕਸੀਲਰੀ ਟੂ ਟ੍ਰੇਡ ਹੈਲਪਫੁਲ ਨੇ ਟ੍ਰੇਡ ਦੇ ਵਿੱਚ ਹੈਲਪ ਕਰਦੀ ਹੈ ਜਿਹੜਾ ਸਾਡਾ ਇਹ ਹੈ ਐਕਟੀਵਿਟੀਜ਼ ਬਹੁਤ ਸਾਰੀਆਂ ਐਕਟੀਵਿਟੀਜ਼ ਜਿਹੜੀਆਂ ਨੇ ਉਹ ਟ੍ਰੇਡਿੰਗ ਪ੍ਰੋਸੈਸ ਨੂੰ ਫੈਸਿਲਿਟੇਟ ਵੀ ਕਰਦੀਆਂ ਔਰ ਉਹਨੂੰ ਹੈਲਪ ਕਰਦੀਆਂ ਨੇ ਫॉर एग्जांपल ਇਹਦੀ ਟਰਾਂਸਪੋਰਟੇਸ਼ਨ ਇੱਕ ਥਾਂ ਤੋਂ ਦੂਜੇ ਥਾਂ ਤੇ ਰॉ ਮਟੀਰੀਅਲ ਜਾਂ ਫਿਨਿਸ਼ਡ ਗੁੱਡਸ ਨੂੰ ਲੈ ਕੇ ਜਾਣਾ ਵੇਅਰ ਹਾਊਸਿੰਗ ਸਟੋਰ ਕਰਨਾ ਇਹ ਸਾਰੀ ਚੀਜ਼ਾਂ ਇਹਦਾ ਹੀ ਪਾਰਟ ਨੇ ਟ੍ਰੇਡ ਦਾ ਪਾਰਟ ਹੈ ਰੋਲ ਆਫ ਪ੍ਰੋਫਿਟ ਇਨ ਬਿਜ਼ਨਸ ਦੇ ਵਿੱਚ ਪ੍ਰੋਫਿਟ ਦਾ ਕੀ ਰੋਲ ਹੈ ਬਿਜ਼ਨਸ ਦੇ ਵਿੱਚ ਦੇਖੋ ਮੈਂ ਪਹਿਲਾਂ ਹੀ ਦੱਸ ਚੁੱਕਾ ਕਿ ਤੁਹਾਨੂੰ ਡਿਸਕਸ ਕੀਤਾ ਪਹਿਲਾਂ ਹੀ ਆਪਾਂ ਕਿ ਬਿਜ਼ਨਸ ਦੇ ਵਿੱਚ ਉਹੀ ਬਿਜ਼ਨਸ ਫਲਰਿਸ਼ ਕਰੇਗਾ ਗਰੋ ਕਰੇਗਾ ਜਿੱਥੇ ਪ੍ਰੋਫਿਟ ਅਰਨਿੰਗ ਹੈ ਕਿਉਂਕਿ ਉਹ ਪ੍ਰੋਫਿਟ ਕਮਾਇਆ ਜਿਹੜਾ ਪ੍ਰੋਫਿਟ ਅਰਨਿੰਗ ਹੋਈ ਹੈ ਉਹੋ ਹੀ ਤੁਹਾਡੀ ਬਿਜ਼ਨਸ ਲੱਗਣੀ ਹੈ ਔਰ ਉਸੇ ਨੇ ਹੀ ਬਿਜ਼ਨਸ ਨੂੰ ਸਟਰੈਂਥਨ ਕਰਨਾ ਹੈ ਔਰ ਉਹਦੇ ਵਿੱਚ ਕੀ ਹੁੰਦਾ ਕਿ ਪ੍ਰੋਫਿਟ ਇਜ਼ ਬੇਸਿਕਲੀ ਇਟ ਇਜ਼ ਅ ਰਿਵਾਰਡ ਫॉर ਬਿਜ਼ਨਸ ਐਫਰਟ ਕੋਈ ਵੀ ਬਿਜ਼ਨਸ ਹੈ ਬਿਨਾ ਐਫਰਟ ਤੋਂ ਨਹੀਂ ਚੱਲਦਾ ਬਿਨਾ ਰਿਸਕ ਤੋਂ ਨਹੀਂ ਚੱਲਦਾ ਹੈਲਪ ਕਰਦਾ ਹੈ ਗਰੋਥ ਦੇ ਵਿੱਚ ਰੀਇਨਵੈਸਟਮੈਂਟ ਦੁਬਾਰਾ ਲਗਾਇਆ ਜਾਂਦਾ ਉਹਨੂੰ ਔਰ sustainability of the business and the feasibility of the your vision actually basically it all works with the profit earning है तो सारा smoothly चलेगा रिस्क कई तरह रिस्क इन्वॉल्व ने ਇਹਦੇ ਵਿੱਚ फॉर एग्जांपल फाइनेंशियल लॉस हो सकता अनसर्टेनिटी है ਇਹ ਸਾਰੀਆਂ ਇਟਸ ਪਾਰਟ ਐਂਡ ਪਾਰਸਲ ਜੇ ਪ੍ਰੋਫਿਟ ਹੈ ਤੇ ਨਾਲ ਦੇ ਨਾਲ ਰਿਸਕ ਵੀ ਹੈ ਔਰ ਲਾਸਟ ਦੇ ਵਿੱਚ ਇਹਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਕੀ ਕਾਰਨ ਹੋ ਸਕਦੇ ਹੈ ਰਿਸਕ ਦੇ ਮਾਰਕੀਟ ਫਲਕਚੁਏਸ਼ਨਸ ਕੰਪੀਟੀਸ਼ਨ ਹੋ ਸਕਦਾ ਟੈਕਨੋਲੋਜੀਕਲ ਚੇਂजेस ਆ ਗਈਆਂ ਕੋਈ ਡਿਜ਼ਾਸਟਰ ਆ ਗਿਆ ਕੋਈ ਅਰਥਕੁਏਕ ਆ ਗਿਆ ਕੁਝ ਇਹੋ ਜਿਹਾ ਨੈਚੁਰਲ ਕੈਲੈਮਿਟੀ ਆ ਗਈ ਕਰੋਨਾ ਦੇਖੋ ਲੇਟੈਸਟ ਪੈਂਡੈਮਿਕ ਦੇ ਵਿੱਚ ਕਈ ਤਰ੍ਹਾਂ ਦੇ ਲਾਸਸ ਹੋਏ ਨੇ ਬਿਜ਼ਨਸ ਦੇ ਵਿੱਚ ਮਾਰਕੀਟ ਅਪ ਡਾਊਨ ਹੋ ਜਾਂਦੀ ਹੈ ਕੰਪੀਟੀਸ਼ਨ ਪ੍ਰੋਡਕਟਸ ਕਈ ਚੀਜ਼ਾਂ ਬਣ ਜਾਂਦੀਆਂ ਨੇ ਡਿਫਰੈਂਟ ਕੰਜ਼ਿਊਮਰ ਦਾ ਟੇਸਟ ਚੇਂਜ ਹੋ ਜਾਂਦਾ ਅਬਾਊਟ ਪ੍ਰੋਡਕਟ poor management decision or economic downturn these are the different risks I hope ਕਿ ਤੁਹਾਨੂੰ ਇਹ ਬੇਸਿਕ ਚੀਜ਼ਾਂ ਅੱਜ ਕਲੀਅਰ ਹੋਈਆਂ ਹੋਣਗੀਆਂ ਤੇ ਥੈਂਕ ਯੂ ਸੋ ਮਚ